ਕੀ ਭਾਰਤੀ ਮੂਲ ਦੇ ਰਿਸ਼ੀ ਸੁਨਕ ਬਣ ਸਕਦੇ ਨੇ ਇੰਗਲੈਂਡ ਦੇ ਅਗਲੇ ਪ੍ਰਧਾਨ ਮੰਤਰੀ? ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੀ ਦੌੜ ਦੇ ਵਿੱਚ ਸਭ ਤੋਂ ਅੱਗੇ ਚੱਲ ਰਹੇ ਨੇ ਰਿਸ਼ੀ ਸੁਨਕ। ਪਿਛਲੇ ਦਿਨੀ ਫਾਈਨਾਂਸ ਮਿਨਿਸਟਰੀ ਤੋਂ ਦੇ ਦਿੱਤਾ ਗਿਆ ਸੀ ਉਹਨਾਂ ਵੱਲੋਂ ਅਸਤੀਫਾ। ਸਮੂਹ ਐਮਪੀਜ਼ ਦੀ ਗੱਲ ਕਰੀਏ ਤਾਂ ਸਭ ਤੋਂ ਅਮੀਰ ਮੰਨੇ ਜਾਂਦੇ ਨੇ ਰਿਸ਼ੀ ਸੁਨਕ। ਰਿਸ਼ੀ ਸੁਨਕ ਕੋਲ ਕਿਉਂ ਸੀ ਹੁਣ ਤੱਕ ਅਮਰੀਕਾ ਦਾ ਗ੍ਰੀਨ ਕਾਰਡ? ਸੁਨਕ ਹੋਰਾਂ ਦੀ ਪਤਨੀ ਅਕਸ਼ਾ ਸੁਨਕ ਦੇ ਕੋਲ ਨੌਨ ਡੋਮ ਸਟੇਟਸ, ਆਖਰ ਕੀ ਹੈ ਇਸ ਦਾ ਰਾਜ? ਸੁਨਕ ਫੈਮਿਲੀ ਆਖਰ ਕਿਉਂ ਰਹੀ ਟੈਕਸ ਹੇਰਾਫੇਰੀ ਨੂੰ ਲੈ ਕੇ ਹੁਣ ਤੱਕ ਵਿਵਾਦਾਂ ਦੇ ਵਿੱਚ? ਇਹ ਸਭ ਕੁਝ ਜਾਣਨ ਦੇ ਲਈ ਜੁੜੇ ਰਹੋ ਸਾਡੇ ਨਾਲ। ਤੁਸੀਂ ਦੇਖ ਰਹੇ ਹੋ ਪ੍ਰਾਈਡ ਪੰਜਾਬ ਟੀਵੀ। ਇਸ ਰਿਪੋਰਟ ਨੂੰ ਪੂਰਾ ਦੇਖਿਓ। ਸੋ ਗੱਲਬਾਤ ਕਰਾਂਗੇ ਰਿਸ਼ੀ ਸੁਨਕ, ਉਹਨਾਂ ਦੇ ਪਾਸ ਦੇ ਬਾਰੇ। ਆਖਰ ਪ੍ਰਧਾਨ ਮੰਤਰੀ, ਇੰਗਲੈਂਡ ਦੇ ਪ੍ਰਧਾਨ ਮੰਤਰੀ ਦੀ ਦੌੜ ਦੇ ਵਿੱਚ ਕਿਵੇਂ ਅੱਗੇ ਚੱਲ ਰਹੇ ਨੇ ਰਿਸ਼ੀ ਸੁਨਕ, ਹਰ ਇੱਕ ਗੱਲ ਦਾ ਜਵਾਬ ਤੁਹਾਨੂੰ ਇਸ ਰਿਪੋਰਟ ਦੇ ਵਿੱਚ ਮਿਲੇਗਾ। ਜੀ ਹਾਂ ਦੋਸਤੋ, ਰਿਸ਼ੀ ਸੁਨਕ ਜਿਨ੍ਹਾਂ ਦਾ ਜਨਮ 1980 ਦੀ 12 ਮਈ ਨੂੰ ਹੁੰਦਾ ਹੈ ਇੰਗਲੈਂਡ ਦੇ ਸਾਊਥਹੈਂਪਟਨ ਸ਼ਹਿਰ ਦੇ ਵਿੱਚ। ਭਾਰਤੀ ਮੂਲ ਦੇ ਕਿਉਂ ਨੇ? ਕਿਉਂਕਿ ਇਹਨਾਂ ਦੇ ਦਾਦਾ ਦਾਦੀ ਜੋ ਪੰਜਾਬ ਤੋਂ ਸੰਬੰਧਿਤ ਨੇ, ਜੋ ਕਿ 1960ਵਿਆਂ ਦੇ ਵਿੱਚ ਅਫਰੀਕਾ ਚਲੇ ਜਾਂਦੇ ਨੇ ਤੇ ਅਫਰੀਕਾ ਤੋਂ ਜਿੱਥੇ ਰਿਸ਼ੀ ਸੁਨਕ ਹੋਰਾਂ ਦੇ ਪਿਤਾ ਦਾ ਜਨਮ ਹੁੰਦਾ ਹੈ, ਉਸ ਤੋਂ ਬਾਅਦ ਬ੍ਰਿਟਿਸ਼ ਯਾਨੀ ਕਿ ਇੰਗਲੈਂਡ ਦੇ ਵਿੱਚ ਆ ਕੇ ਮੂਵ ਹੋ ਜਾਂਦੇ ਨੇ ਤੇ ਇੱਥੇ ਜਨਮ ਹੁੰਦਾ ਹੈ ਰਿਸ਼ੀ ਸੁਨਕ ਹੋਰਾਂ ਦਾ, ਜੋ ਕਿ ਇਸ ਵੇਲੇ ਇੰਗਲੈਂਡ ਦੀ ਫਾਈਨਾਂਸ ਮਿਨਿਸਟਰੀ ਸਾਂਭ ਰਹੇ ਸੀ। ਪਿਛਲੇ ਦਿਨੀ 7 ਜੁਲਾਈ ਨੂੰ ਉਹਨਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ। ਆਪਣੀ ਹੀ ਸਰਕਾਰ ਤੋਂ ਨਾ ਕੁਝ ਨਜ਼ਰ ਆਏ ਰਿਸ਼ੀ ਸੁਨਕ, ਉਹਨਾਂ ਦੇ ਨਾਲ ਸਾਜਿਦ ਜਾਵੇਦ ਜੋ ਕਿ ਹੈਲਥ ਮਿਨਿਸਟਰੀ ਸਾਂਭ ਰਹੇ ਸੀ। ਸੋ ਕੁਝ ਹੀ ਮਿੰਟਾਂ ਦੇ ਵਕਫੇ ਦੇ ਵਿੱਚ ਇਹਨਾਂ ਦੋਨਾਂ ਵੱਲੋਂ ਜਿਹੜਾ ਹੈ ਅਸਤੀਫਾ ਦੇ ਦਿੱਤਾ ਗਿਆ। ਕਤਾਰ ਬੰਨੀ ਜਦੋਂ ਗਈ ਤਾਂ ਹੋਰ ਵੀ ਐਮਪੀਜ਼ ਨੇ ਲਗਾਤਾਰ ਅਸਤੀਫੇ ਦਿੱਤੇ ਗਏ, ਜਿਸ ਤੋਂ ਬਾਅਦ ਮਜਬੂਰਨ ਤੌਰ ਦੇ ਉੱਤੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵੱਲੋਂ ਅਸਤੀਫਾ ਪੇਸ਼ ਕਰ ਦਿੱਤਾ ਗਿਆ, ਯਾਨੀ ਕਿ ਦੇ ਦਿੱਤਾ ਗਿਆ। ਹੁਣ ਦੌੜ ਚੱਲ ਰਹੀ ਹੈ ਅਗਲੇ ਪ੍ਰਾਈਮ ਮਿਨਿਸਟਰ ਦੀ, ਯਾਨੀ ਕਿ ਪ੍ਰਧਾਨ ਮੰਤਰੀ ਦੀ, ਕਿ ਆਖਰ ਕੌਣ ਹੋਵੇਗਾ ਅਗਲਾ ਪ੍ਰਾਈਮ ਮਿਨਿਸਟਰ ਇੰਗਲੈਂਡ ਦਾ, ਬ੍ਰਿਟੇਨ ਦਾ। ਇਸ ਦੌੜ ਦੇ ਵਿੱਚ ਰਿਸ਼ੀ ਸੁਨਕ ਜਿਹੜੇ ਨੇ ਸਭ ਤੋਂ ਅੱਗੇ ਚੱਲ ਰਹੇ ਨੇ। ਰਿਸ਼ੀ ਸੁਨਕ ਹੋਰਾਂ ਦੀ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਉਹ ਅਮਰੀਕਾ ਦੇ ਵਿੱਚ ਵੀ ਪੜ੍ਹਾਈ ਕਰਨ ਜਾਂਦੇ ਨੇ, ਉਸ ਤੋਂ ਬਾਅਦ ਆਕਸਫੋਰਡ ਯੂਨੀਵਰਸਿਟੀ ਤੋਂ ਪੜ੍ਹੇ ਨੇ ਇੰਗਲੈਂਡ ਦੇ ਵਿੱਚ। ਫਿਰ ਹੋਰ ਜਿਹੜੇ ਕਾਲਜ ਨੇ ਇੰਗਲੈਂਡ ਦੇ ਵਿੱਚ, ਕਾਲਜ ਲੰਡਨ ਦੇ ਬਹੁਤ ਸਾਰੇ ਕਾਲਜ ਜਿੱਥੋਂ ਉਹਨਾਂ ਨੇ ਆਪਣੀ ਐਜੂਕੇਸ਼ਨ ਜਿਹੜੀ ਹੈ ਉਹ ਹਾਸਲ ਕੀਤੀ। 2015 ਦੇ ਵਿੱਚ ਪਹਿਲੀ ਵਾਰ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਦੇ ਨੇ ਰਿਸ਼ੀ ਸੁਨਕ, ਜਿਨ੍ਹਾਂ ਦਾ ਤੇਜ਼ ਤਰਾਰ ਦਿਮਾਗ ਨੂੰ ਲੈ ਕੇ ਉਹਨਾਂ ਦੀ ਚਰਚਾ ਉਹਨਾਂ ਦੇ ਸਹਿ ਐਮਪੀਆਂ ਦੇ ਵਿੱਚ ਹਮੇਸ਼ਾ ਬਣੀ ਰਹੀ ਹੈ। ਸੋ ਫਾਈਨਾਂਸ ਮਿਨਿਸਟਰ ਹੁੰਦਿਆਂ ਹੋਇਆਂ ਜਦੋਂ ਕੋਵਿਡ ਦੇ ਨਾਲ ਜੂਝ ਰਿਹਾ ਸੀ ਪੂਰਾ ਮੁਲਕ, ਤਾਂ ਉਹਨਾਂ ਵੱਲੋਂ ਬਹੁਤ ਸਾਰੇ ਐਸੇ ਫੈਸਲੇ ਲਏ ਗਏ ਜਿਸ ਦਾ ਵਿਰੋਧ ਵੀ ਹੋਇਆ ਤੇ ਬਹੁਤ ਸਾਰੇ ਲੋਕਾਂ ਵੱਲੋਂ ਇਸ ਗੱਲ ਦੀ ਸ਼ਲਾਘਾ ਵੀ ਜਿਹੜੀ ਆ ਉਹ ਕੀਤੀ ਗਈ ਕਿ ਉਹਨਾਂ ਵੱਲੋਂ ਫੈਸਲੇ ਜਿਹੜੇ ਲਏ ਗਏ ਨੇ ਉਹ ਸਹੀ ਨੇ। ਸੋ ਜੇ ਹੁਣ ਦੀ ਗੱਲ ਕਰੀਏ ਤਾਂ ਇੱਕ ਅਵਿਸ਼ਵਾਸ ਦੇ ਤੌਰ ਤੇ ਆਪਣੀ ਸਰਕਾਰ ਤੋਂ ਨਾ ਖੁਸ਼ ਸੀ। ਉਹਨਾਂ ਵੱਲੋਂ ਕਿਹਾ ਗਿਆ ਕਿ ਬੋਰਿਸ ਸਰਕਾਰ ਜਿਹੜੀ ਹੈ ਲੋਕਾਂ ਦੀ ਨਹੀਂ ਸੁਣ ਰਹੀ। ਤੁਸੀਂ ਜਾਣਦੇ ਹੋ ਕਿ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਫਾਈਨੈਂਸ਼ੀਅਲ ਕ੍ਰਾਈਸਿਸ ਜਿਹੜੀ ਹੈ ਬੜੇ ਵੱਡੇ ਪੱਧਰ ਦੇ ਉੱਤੇ ਹੈ। ਬ੍ਰਿਟੇਨ ਵੀ ਇਸ ਦੇ ਨਾਲ ਜੂਝ ਰਿਹਾ ਹੈ, ਜਿੱਥੇ ਤੇਲ ਦੀ ਯਾਨੀ ਕਿ ਫਿਊਲ ਦੀ ਜਿਹੜੀ ਹੈ ਪ੍ਰਾਈਸਿਸ ਬਹੁਤ ਵੱਡੇ ਪੱਧਰ ਦੇ ਉੱਤੇ ਤਬਦੀਲ ਹੋਏ ਨੇ। ਤਕਰੀਬਨ 2 ਪੌਂਡ ਦੇ ਕਰੀਬ ਲੀਟਰ ਜਿਹੜਾ ਹੈ ਪੈਟਰੋਲ ਹੋ ਗਿਆ। ਤੁਸੀਂ ਜਾਣਦੇ ਹੋ ਕਿ ਬਹੁਤ ਸਾਰਾ ਕੁਝ ਜਿਹੜਾ ਹੈ ਦੇਸ਼ ਦਾ ਵਪਾਰ, ਆਯਾਤ ਨਿਰਯਾਤ ਜਿਹੜੇ ਨੇ ਉਹ ਪੈਟਰੋਲ ਫਿਊਲ ਦੇ ਨਾਲ ਸੰਬੰਧਿਤ ਹੁੰਦੇ ਨੇ। ਸੋ ਉਹਨੂੰ ਲੈ ਕੇ ਬ੍ਰਿਟਿਸ਼ ਜਿਹੜਾ ਹੈ ਪੂਰਾ ਇਸ ਵੇਲੇ ਪ੍ਰਭਾਵਿਤ ਹੋਇਆ ਨਜ਼ਰ ਆ ਰਿਹਾ। ਸੋ ਕਿਤੇ ਨਾ ਕਿਤੇ ਸਰਕਾਰਾਂ ਹਿੱਲੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਸੋ ਅਵਿਸ਼ਵਾਸ ਜਿਹੜਾ ਪੈਦਾ ਹੋ ਗਿਆ, ਇਸ ਦੇ ਹੋਰ ਵੀ ਕਾਰਨ ਰਹੇ ਨੇ। ਰਿਸ਼ੀ ਸੁਨਕ, ਸਾਜਿਦ ਜਾਵੇਦ ਹੋਰਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ। ਉਸ ਤੋਂ ਬਾਅਦ ਸਰਕਾਰ ਡਾਮਾਡੋਲ ਹੁੰਦੀ ਹੈ। ਬੋਰਿਸ ਜੌਨਸਨ ਹੋਰਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ। ਉਸ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਦੇ ਅਗਲੇ ਲੀਡਰ ਵਜੋਂ ਉੱਭਰਨਾ ਚਾਹੁੰਦੇ ਰਿਸ਼ੀ ਸੁਨਕ ਹੋਰਾਂ ਵੱਲੋਂ ਇੱਕ ਮੁਹਿੰਮ ਚਲਾਈ ਗਈ, ਰੈਡੀ ਫॉर ਰਿਸ਼ੀ, ਜਿਸ ਨੂੰ ਭਰਮਾ ਹੁੰਗਾਰਾ ਜਿਹੜਾ ਮਿਲ ਰਿਹਾ। ਜਦੋਂ ਅਸੀਂ ਇਹ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਤਾਂ ਤਾਜ਼ਾ ਖਬਰ ਦੇ ਮੁਤਾਬਕ, ਜੋ ਇੰਗਲੈਂਡ ਦੀਆਂ ਅਖਬਾਰਾਂ ਦੇ ਵਿੱਚ ਛਪੀ ਹੋਈ ਖਬਰ ਹੈ ਕਿ ਤਕਰੀਬਨ 11 ਐਮਪੀਜ਼ ਵੱਲੋਂ ਸਮਰਥਨ ਜਿਹੜਾ ਹੈ ਰਿਸ਼ੀ ਸੁਨਕ ਹੋਰਾਂ ਨੂੰ ਦੇ ਦਿੱਤਾ ਗਿਆ। ਇੱਕ ਗ੍ਰੀਨ ਸਿਗਨਲ ਦੇ ਦਿੱਤਾ ਗਿਆ ਕਿ ਉਹ ਬਣਨਗੇ ਸ਼ਾਇਦ ਅਗਲੇ ਪ੍ਰਾਈਮ ਮਿਨਿਸਟਰ ਜੋ ਕਿ ਇੰਗਲੈਂਡ ਦੇ। ਸੋ ਜੇ ਗੱਲ ਕਰੀਏ ਹੁਣ ਕੰਟਰੋਵਰਸੀ ਦੀ, ਤਾਂ ਰਿਸ਼ੀ ਸੁਨਕ ਅਤੇ ਉਹਨਾਂ ਦੀ ਧਰਮ ਪਤਨੀ ਹੁਣ ਤੱਕ ਬਹੁਤ ਸਾਰੇ ਵਿਵਾਦਾਂ ਦੇ ਵਿੱਚ ਵੀ ਘਿਰੇ ਰਹੇ ਆ, ਖਾਸ ਤੌਰ ਦੇ ਉੱਤੇ ਟੈਕਸ ਹੇਰਾਫੇਰੀ ਨੂੰ ਲੈ ਕੇ। ਵਿਰੋਧੀਆਂ ਵੱਲੋਂ ਤੇ ਆਮ ਤੌਰ ਦੇ ਉੱਤੇ ਵੱਡੀਆਂ ਅਖਬਾਰਾਂ ਦੇ ਵਿੱਚ ਖਬਰਾਂ ਜਿਹੜੀਆਂ ਛਪੀਆਂ ਕਿ ਉਹਨਾਂ ਵੱਲੋਂ ਕਰਾ ਕੇ ਹੱਥਕੰਡੇ ਅਪਣਾ ਕੇ ਤੇ ਬੜਾ ਸਾਰਾ ਟੈਕਸ ਜਿਹੜਾ ਹੈ ਉਹ ਬਚਾ ਲਿਆ ਗਿਆ। ਗ੍ਰੀਨ ਕਾਰਡ ਹੋਲਡਰ ਸੀ ਰਿਸ਼ੀ ਸੁਨਕ।
ਅਕਤੂਬਰ 2021 ਦੇ ਵਿੱਚ ਉਹ ਵਾਪਸ ਕਰ ਦਿੰਦੇ ਨੇ ਗ੍ਰੀਨ ਕਾਰਡ ਜੋ ਹੈ ਅਮਰੀਕਨ ਅਥਾਰਟੀਜ਼ ਨੂੰ। ਆਖਰ ਇਸ ਦਾ ਵੀ ਵਿਵਾਦ ਕਿਉਂ ਬਣਿਆ? ਕਿਉਂਕਿ ਕਿਹਾ ਇਹ ਜਾਂਦਾ ਹੈ ਕਿ ਅਮਰੀਕਨ ਗ੍ਰੀਨ ਕਾਰਡ ਦੇ ਨਾਲ ਉਹ ਕਿਸੇ ਨਾ ਕਿਸੇ ਤਰ੍ਹਾਂ ਟੈਕਸ ਜਿਹੜਾ ਹੈ ਆਪਣਾ ਬਚਾਉਂਦੇ ਸੀ। ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਰਿਸ਼ੀ ਸੁਨਕ ਹੋਰੀ ਬਹੁਤ ਸਾਰੇ ਐਮਪੀਜ਼ ਦੀ ਕਤਾਰ ਦੇ ਵਿੱਚੋਂ ਸਭ ਤੋਂ ਅਮੀਰ ਜਿਹੜੇ ਨੇ ਉਹ ਮੰਨੇ ਜਾਂਦੇ ਨੇ, ਜਿਨ੍ਹਾਂ ਦੀ ਪ੍ਰਾਪਰਟੀ, ਜਿਨ੍ਹਾਂ ਦੀ ਵੈਲਥ ਦੱਸੀ ਜਾਂਦੀ ਹੈ 700 ਮਿਲੀਅਨ ਪਾਉਂਡਸ ਦੇ ਕਰੀਬ। ਸੋ ਇਹ ਅਖਬਾਰਾਂ ਦੇ ਵਿੱਚ ਛਪੀਆਂ ਹੋਈਆਂ ਖਬਰਾਂ ਨੇ। ਉਹਨਾਂ ਦੇ ਬਹੁਤ ਸਾਰੇ ਬਿਜ਼ਨਸ ਨੇ, ਬੜੀਆਂ ਕੰਪਨੀਆਂ ਰਨ ਕਰਦੇ ਨੇ, ਚੈਰਿਟੀਜ਼ ਦੇ ਰਨ ਕਰਦੇ ਨੇ। ਸੋ ਜਿਸ ਨੂੰ ਲੈ ਕੇ ਉਹਨਾਂ ਦੇ ਉੱਤੇ ਇਹ ਦੋਸ਼ ਲੱਗੇ ਕਿ ਉਹਨਾਂ ਵੱਲੋਂ ਟੈਕਸ ਚੋਰੀ ਜਿਹੜੀ ਹੈ ਉਹ ਕੀਤੀ ਗਈ ਹੈ। ਸੋ ਗ੍ਰੀਨ ਕਾਰਡ ਨੂੰ ਵੀ ਕਿਤੇ ਨਾ ਕਿਤੇ ਉਸ ਦਾ ਹਿੱਸਾ ਦੱਸਿਆ ਗਿਆ ਸੀਗਾ ਕਿ ਅਮਰੀਕਨ ਗ੍ਰੀਨ ਕਾਰਡ ਹੋਲਡਰ ਇੱਕ ਬੰਦਾ ਜਿਹੜਾ ਹੈਗਾ ਉਹ ਕਿਸ ਤਰੀਕੇ ਦੇ ਨਾਲ ਅਮਰੀਕਨ ਟੈਕਸ ਸਿਸਟਮ ਦੇ ਹਿਸਾਬ ਦੇ ਨਾਲ ਆਪਣਾ ਟੈਕਸ ਪੇ ਕਰਦਾ ਹੈ, ਨਾ ਕਿ ਯੂਕੇ ਦੇ ਹਿਸਾਬ ਦੇ ਨਾਲ। ਸੋ ਇਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਟੈਕਸ ਹੇਰਾਫੇਰੀ ਦੇ ਜਿਹੜੇ ਇਲਜ਼ਾਮ ਨੇ ਉਹਨਾਂ ਦੇ ਉੱਤੇ ਲੱਗੇ। ਜਦੋਂ ਰਿਸ਼ੀ ਸੁਨਕ ਨੂੰ ਗ੍ਰੀਨ ਕਾਰਡ ਦੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਸਿਰਫ ਇੱਕ ਟਰੈਵਲ ਕਰਨ ਵਾਸਤੇ ਉਹਨਾਂ ਨੇ ਇਹ ਗ੍ਰੀਨ ਕਾਰਡ ਹੁਣ ਤੱਕ ਆਪਣੇ ਕੋਲ ਰੱਖਿਆ ਹੋਇਆ ਸੀਗਾ, ਜਿਸ ਨੂੰ ਕਿ ਉਹ ਵਾਪਸ ਕਰ ਚੁੱਕੇ ਨੇ। ਜੇ ਗੱਲ ਕਰੀਏ ਅਕਸ਼ਾ ਮੂਰਤੀ ਹੋਰਾਂ ਦੀ, ਜੋ ਕਿ ਵਾਈਫ ਹੈ ਰਿਸ਼ੀ ਸੁਨਕ ਹੋਰਾਂ ਦੀ, ਜੋ ਕਿ ਪੁੱਤਰੀ ਹੈ, ਯਾਨੀ ਕਿ ਬੇਟੀ ਹੈ, ਇੱਕ ਭਾਰਤੀ ਇੱਕ ਵੱਡੇ ਕਾਰੋਬਾਰੀ ਨੇ, ਸੌਫਟਵੇਅਰ ਕੰਪਨੀ ਦੇ ਮਾਲਕ ਨਾਰਾਇਣ ਮੂਰਤੀ, ਉਹਨਾਂ ਦੀ ਇਹ ਜਿਹੜੀ ਪੁੱਤਰੀ ਹੈ ਅਕਸ਼ਾ ਮੂਰਤੀ, ਜਿਨ੍ਹਾਂ ਦਾ ਵਿਆਹ ਰਿਸ਼ੀ ਸੁਨਕ ਦੇ ਨਾਲ ਹੁੰਦਾ ਹੈ। ਸੋ ਕਿਤੇ ਨਾ ਕਿਤੇ ਮਿਲ ਕੇ ਇਹ ਕਾਰੋਬਾਰ ਕਰਦੇ ਨੇ। ਇਹਨਾਂ ਦੇ ਪਿਤਾ ਦੇ ਨਾਲ ਜਿਹੜੀ ਇਹਨਾਂ ਦੀ ਬੇਟੀ ਹੈ ਉਹਨਾਂ ਦੇ ਨਾਲ ਸਾਂਝ ਹੈਗੀ ਹੈ। ਸੋ ਇਹ ਇੱਕ ਹੋਰ ਵਿਵਾਦ ਦੇ ਵਿੱਚ ਵੀ ਉਸ ਵੇਲੇ ਆਏ ਜਦੋਂ ਰਸ਼ੀਆ ਦੇ ਵਿੱਚ ਨਾਰਾਇਣ ਮੂਰਤੀ ਹੋਰਾਂ ਦੀ ਕੰਪਨੀ ਦੇ ਆਫਿਸ ਜਾਂ ਉਹਨਾਂ ਦੀ ਫਰਮ ਜਿਹੜੀ ਸੀਗੀ, ਉਹਨਾਂ ਦੀ ਬ੍ਰਾਂਚ ਉੱਥੇ ਵੀ ਮੌਜੂਦ, ਉਹਦੇ ਵੀ ਖੁਲਾਸੇ ਹੋਏ। ਵਿਵਾਦ ਇਹ ਬਣਿਆ ਕਿ ਰਿਸ਼ੀ ਸੁਨਕ ਨੂੰ ਵਿਰੋਧੀਆਂ ਵੱਲੋਂ ਇਹ ਸਵਾਲ ਕੀਤਾ ਗਿਆ ਕਿ ਇੱਕ ਪਾਸੇ ਜਦੋਂ ਯੂਕਰੇਨ ਤੇ ਰਸ਼ੀਆ ਦੀ ਜੰਗ ਲੱਗੀ ਹੋਈ ਹੈ ਤੇ ਰਿਸ਼ੀ ਸੁਨਕ ਹੋਰੀ ਕਹਿੰਦੇ ਨੇ ਕਿ ਰਸ਼ੀਆ ਦਾ ਬਾਈਕਾਟ ਹੋਣਾ ਚਾਹੀਦਾ, ਫਾਈਨੈਂਸ਼ੀਅਲੀ ਵੀ ਹੋਰ ਜਿਹੜੇ ਪੱਧਰ ਤੇ ਕਰ ਸਕਦੇ ਆ, ਰਸ਼ੀਆ ਦਾ ਬਾਈਕਾਟ ਹੋਣਾ ਚਾਹੀਦਾ। ਪਰ ਦੂਸਰੇ ਪਾਸੇ ਤੁਹਾਡੀ ਪਤਨੀ, ਤੁਹਾਡੇ ਜਿਹੜੇ ਫਾਦਰ ਇਨ ਲਾਅ ਨੇ, ਉਹਨਾਂ ਦੀ ਕੰਪਨੀ ਜਿਹੜੀ ਹੈ ਉਹਦੇ ਹੈੱਡ ਆਫਿਸ, ਮਾਫ ਕਰਨਾ, ਜਿਹੜੀਆਂ ਬ੍ਰਾਂਚੇਸ ਨੇ ਉਹ ਰਸ਼ੀਆ ਦੇ ਵਿੱਚ ਨੇ। ਆਖਰ ਇਸ ਤਰ੍ਹਾਂ ਕਿਉਂ? ਮਤਲਬ ਕਹਿਣ ਨੂੰ ਕੁਝ ਹੋਰ, ਕਰਨ ਨੂੰ ਕੁਝ ਹੋਰ। ਇਸ ਨੂੰ ਲੈ ਕੇ ਵੀ ਉਹ ਵਿਵਾਦਾਂ ਦੇ ਵਿੱਚ ਰਹੇ ਆ। ਅਕਸ਼ਾ ਮੂਰਤੀ ਹੋਰਾਂ ਦੇ ਕੋਲ ਨਾਨ ਡੋਮ ਸਟੇਟਸ, ਇੱਕ ਐਸਾ ਸਟੇਟਸ ਹੈ, ਇੱਕ ਟ੍ਰੀਟੀ ਜੋ ਇੰਡੀਆ ਦੇ ਨਾਲ ਹੋਈ ਹੈ 1956 ਦੇ ਵਿੱਚ, ਉਹ ਵੀ ਵਿਵਾਦਾਂ ਦੇ ਵਿੱਚ ਰਿਹਾ। ਨਾਨ ਡੋਮ ਸਟੇਟਸ ਦੇ ਕਰਕੇ ਮੋਟੀ ਜਾਣਕਾਰੀ ਇਹ ਹੈ ਕਿ ਜਿਹੜੇ ਇੰਡੀਅਨ ਸਿਟੀਜ਼ਨ ਕਿਸੇ ਵੇਲੇ ਰਹੇ ਹੋਣ, ਜੋ ਯੂਕੇ 'ਚ ਰਹਿ ਰਹੇ ਆ, ਜਿਨ੍ਹਾਂ ਦੇ ਕੋਲ ਨਾਨ ਡੋਮ ਸਟੇਟਸ ਹੋਵੇ ਤਾਂ ਉਹ ਯੂਕੇ ਦੇ ਵਿੱਚ ਟੈਕਸ ਨਹੀਂ ਪੇ ਕਰਦੇ, ਯਾਨੀ ਕਿ ਬਚਾਅ ਹੋ ਜਾਂਦਾ। ਸੋ ਇਸ ਤਰੀਕੇ ਦੇ ਨਾਲ ਵੀ ਵਿਰੋਧੀਆਂ ਵੱਲੋਂ ਜਿਹੜੇ ਉਹਨਾਂ ਤੇ ਨਿਸ਼ਾਨੇ ਕੱਸੇ ਗਏ ਕਿ ਨਾਨ ਡੋਮ ਸਟੇਟਸ ਦੇ ਨਾਲ ਵੀ ਉਹਨਾਂ ਦੀ ਪਤਨੀ ਜਾਂ ਫਿਰ ਕਹਿ ਲਈਏ ਕਿ ਇਸ ਫੈਮਿਲੀ ਵੱਲੋਂ ਟੈਕਸ ਜਿਹੜਾ ਬੜੇ ਵੱਡੇ ਪੱਧਰ ਦੇ ਉੱਤੇ ਬਚਾਇਆ ਗਿਆ। ਖੈਰ, ਇਹ ਉਹਨਾਂ ਦੇ ਪਾਸ ਦੀਆਂ ਗੱਲਾਂ ਨੇ ਤੇ ਮੌਕੇ ਦੀ ਗੱਲ ਜਿਹੜੀ ਹੈ ਕਿ ਅਗਲੇ ਪ੍ਰਾਈਮ ਮਿਨਿਸਟਰ ਹੋ ਸਕਦੇ ਨੇ ਰਿਸ਼ੀ ਸੁਨਕ ਹੋਰੀ। ਹੁਣ ਗੱਲ ਕਰਦੇ ਹਾਂ ਕਿ ਕੀ ਫਾਇਦੇ ਹੋਣਗੇ, ਕੀ ਨੁਕਸਾਨ ਹੋਣਗੇ। ਰਿਸ਼ੀ ਸੁਨਕ ਹੋਰੀ ਜਿੱਥੇ ਆਪਾਂ ਕਹਿ ਲਈਏ ਕਿ ਵਿਵਾਦਾਂ ਦੇ ਵਿੱਚ ਰਹੇ ਆ, ਉੱਥੇ ਆਪਾਂ ਜਦੋਂ ਭਾਰਤੀ ਮੂਲ ਦੇ ਲੋਕਾਂ ਦੀ ਗੱਲ ਕਰਦੇ ਹਾਂ ਤਾਂ ਭਾਰਤ ਦੇ ਵਿੱਚ ਵੀ ਇਸ ਗੱਲ ਦੀ ਖੁਸ਼ੀ ਮਨਾਈ ਜਾ ਰਹੀ ਹੈ, ਕਿਉਂਕਿ ਬੜੇ ਵੱਡੇ ਪੱਧਰ ਦੇ ਉੱਤੇ ਇੰਡੀਅਨ ਸਿਟੀਜ਼ਨ ਜਿਹੜੇ ਨੇ ਉਹ ਇੰਗਲੈਂਡ ਦੀ ਧਰਤੀ ਦੇ ਉੱਤੇ ਰਹਿੰਦੇ ਆ। ਤੇ ਇੰਗਲੈਂਡ ਜੋ ਕਿ ਇੱਕ ਆਪਾਂ ਕਹਿ ਲਈਏ ਪ੍ਰਭਾਵ ਛੱਡਦਾ ਪੂਰੀ ਦੁਨੀਆ ਦੇ ਵਿੱਚ, ਅਮਰੀਕਾ ਤੋਂ ਬਾਅਦ ਜੇਕਰ ਕਹੀਏ ਵੱਡੇ ਮੁਲਕਾਂ ਦੇ ਵਿੱਚ ਇੰਗਲੈਂਡ ਦਾ ਨਾਮ ਆਉਂਦਾ ਹੈ। ਜੇਕਰ ਭਾਰਤੀ ਮੂਲ ਦੇ ਰਿਸ਼ੀ ਸੁਨਕ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਬਣ ਜਾਂਦੇ ਆ, ਭਾਰਤ ਨੂੰ ਉਹਦੇ ਕੀ ਫਾਇਦੇ ਹੋਣਗੇ, ਉਸ ਤੋਂ ਬਾਅਦ ਕੀ ਨੁਕਸਾਨ ਹੋਣਗੇ, ਇਹ ਵੀ ਆਪਾਂ ਨੂੰ ਦੇਖਣਾ ਪੈਣਾ। ਉਸ ਤੋਂ ਬਾਅਦ ਜਿਹੜੀ ਅਗਲੀ ਗੱਲ ਹੈ ਘੱਟ ਗਿਣਤੀਆਂ ਦੇ ਨਾਲ ਸੰਬੰਧਿਤ, ਕਿ ਇੰਗਲੈਂਡ ਦੇ ਵਿੱਚ ਬੜੇ ਵੱਡੇ ਪੱਧਰ ਦੇ ਉੱਤੇ ਸਿੱਖ ਜਿਹੜੇ ਨੇ ਉਹ ਵਸਦੇ ਨੇ। ਸੋ ਸਿੱਖ ਆਪਣਾ ਇੱਕ ਕਿਰਦਾਰ ਰੱਖਦੇ ਨੇ, ਆਪਣਾ ਇੱਕ ਸਟੇਟਸ ਜਿਹੜਾ ਹੈਗਾ ਉਹ ਰੱਖ ਕੇ ਬ੍ਰਿਟੇਨ ਦੇ ਵਿੱਚ ਵੀ ਰਹਿ ਰਹੇ ਆ, ਉਸ ਤੋਂ ਬਾਅਦ ਹੋਰਨਾਂ ਮੁਲਕਾਂ ਦੇ ਵਿੱਚ ਵੀ ਰਹਿ ਰਹੇ ਆ। ਸੋ ਕਿਤੇ ਨਾ ਕਿਤੇ ਆਜ਼ਾਦ ਘਰ ਦੀ ਮੰਗ ਕਰਦੇ ਬਹੁਤ ਸਾਰੇ ਸਿੱਖ ਆਰਗੇਨਾਈਜੇਸ਼ਨਸ ਜਿਹੜੀਆਂ ਨੇ ਇੰਗਲੈਂਡ ਦੇ ਵਿੱਚ ਵਸਦੀਆਂ ਨੇ। ਸੋ ਕੀ ਉਹਨਾਂ ਦੇ ਉੱਤੇ ਇਸ ਦਾ ਨੁਕਸਾਨ ਹੋਏਗਾ ਜਾਂ ਫਿਰ ਫਾਇਦਾ ਹੋਏਗਾ, ਇਸ ਗੱਲ ਨੂੰ ਵੀ ਦੇਖਣਾ ਹੋਵੇਗਾ, ਕਿਉਂਕਿ ਕਾਰਨ ਇੱਥੇ ਨੇ ਪ੍ਰੀਤੀ ਪਟੇਲ ਜੋ ਕਿ ਫੋਰਨ ਮਿਨਿਸਟਰੀ ਸਾਂਭਦੇ ਸੀ, ਫੋਰਨ ਸੈਕਟਰੀ ਸੀ, ਹੈਗੇ ਨੇ, ਮਾਫ ਕਰਨਾ। ਸੋ ਉਹਨਾਂ ਵੱਲੋਂ ਪਿਛਲੇ ਸਮੇਂ ਦੇ ਵਿੱਚ ਘੱਟ ਗਿਣਤੀਆਂ ਦੇ ਖਿਲਾਫ ਕੁਝ ਇਸ ਤਰ੍ਹਾਂ ਦੇ ਬਿਆਨ US ਜਾ ਕੇ, ਅਮਰੀਕਾ ਦੇ ਵਿੱਚ ਜਾ ਕੇ ਦਿੱਤੇ ਗਏ, ਜਿਹਦੇ ਵਿੱਚ ਉਹਨਾਂ ਨੇ ਖਾਸ ਤੌਰ ਦੇ ਉੱਤੇ ਸਿੱਖਾਂ ਦਾ ਵੀ ਜਿਹੜਾ ਹੈ ਜ਼ਿਕਰ ਕੀਤਾ ਕਿ ਸਿੱਖ ਅਲਗਾਵਾਦ ਜਿਹੜਾ ਹੈਗਾ, ਜਿਹੜਾ ਇੱਕ ਆਪਾਂ ਕਹਿ ਲਈਏ ਵੀ ਜਿਹੜੇ ਉਹ ਸਿੱਖ ਨੇ ਜਿਹੜੇ ਐਕਟੀਵਿਜ਼ਮ ਦੇ ਵਿੱਚ ਨੇ, ਜੋ ਅਲੱਗ ਰਾਜ ਦੀ ਮੰਗ ਕਰਦੇ ਨੇ ਜਾਂ ਸਿੱਖਾਂ ਨਾਲ ਹੋਏ ਧੱਕੇ ਦੀ ਗੱਲ ਕਰਦੇ ਆ, ਉਹ ਵੀ ਵੈਸਟਰਨ ਮੁਲਕਾਂ ਨੂੰ ਖਤਰਾ ਹੈ, ਇਹ ਕਿਹਾ ਗਿਆ ਸੀ ਪ੍ਰੀਤੀ ਪਟੇਲ ਵੱਲੋਂ। ਉਸ ਤੋਂ ਬਾਅਦ ਕੁਝ ਐਸੇ ਸਿੱਖ ਨੌਜਵਾਨ ਜਿਨ੍ਹਾਂ ਦੇ ਉੱਤੇ ਭਾਰਤ ਸਰਕਾਰ ਵੱਲੋਂ ਕੁਝ ਇੰਗਲੈਂਡ ਨੂੰ ਉਹਨਾਂ ਦੀ ਜਿਹੜੀ ਭਾਰਤ ਹਵਾਲਗੀ ਦੀ ਜਿਹੜੀ ਹੈ ਕੇਸ ਦਿੱਤਾ ਹੋਇਆ ਸੀਗਾ ਕਿ ਇਹ ਸਾਨੂੰ ਬੰਦੇ ਜਿਹੜੇ ਨੇ ਸਿੱਖ ਨੌਜਵਾਨ ਨੇ ਭਾਰਤ ਨੂੰ ਚਾਹੀਦੇ ਆ। ਸੋ ਉਹਦੇ ਉੱਤੇ ਪ੍ਰੀਤੀ ਪਟੇਲ ਹੋਰਾਂ ਵੱਲੋਂ ਸਹਿਮਤੀ ਜਤਾਈ ਗਈ ਸੀ, ਪਰ ਜਦੋਂ ਕੇਸ ਅਦਾਲਤ ਦੇ ਵਿੱਚ ਜਾਂਦਾ ਹੈ ਤਾਂ ਤਕਰੀਬਨ 10 ਮਿੰਟਾਂ ਦੇ ਵਿੱਚ ਇਹ ਕੇਸ ਖਾਰਜ ਕਰ ਦਿੱਤਾ ਜਾਂਦਾ ਹੈ, ਹਵਾਲਗੀ ਰੋਕ ਦਿੱਤੀ ਜਾਂਦੀ ਹੈ। ਸੋ ਜਿਸ ਕਰਕੇ ਇੰਗਲੈਂਡ ਦੇ ਵਿੱਚ ਵਸਦੇ ਸਿੱਖਾਂ ਵੱਲੋਂ ਇਹ ਕਹਿ ਕੇ ਜਿਹੜਾ ਹੈ ਪ੍ਰੀਤੀ ਪਟੇਲ ਨੂੰ
ਜਿਹੜਾ ਦੋਸ਼ੀ ਬਣਾਇਆ ਜਾਂਦਾ ਕਿ ਉਹ ਘੱਟ ਗਿਣਤੀਆਂ ਦੇ ਖਿਲਾਫ ਅਤੇ ਬੀਜੇਪੀ ਦੇ ਪ੍ਰਭਾਵ ਹੇਠ ਚੱਲਣ ਵਾਲੇ ਨੇ, ਯਾਨੀ ਕਿ ਭਾਰਤੀ ਸਰਕਾਰਾਂ ਦੇ ਪ੍ਰਭਾਵ ਹੇਠ ਚੱਲਣ ਵਾਲੇ ਆ। ਸੋ ਜਦੋਂ ਗੱਲ ਹੁਣ ਰਿਸ਼ੀ ਸੂਨਕ ਹੋਰਾਂ ਦੀ ਕਰਦੇ ਆ ਤਾਂ ਉਹ ਵੀ ਭਾਰਤੀ ਮੂਲ ਦੇ ਨੇ, ਹਿੰਦੂ ਪਰਿਵਾਰ ਦੇ ਨਾਲ ਸੰਬੰਧਿਤ ਨੇ। ਸੋ ਕੀ ਰਿਸ਼ੀ ਸੂਨਕ ਹੋਰੀ ਵੀ ਭਾਰਤੀ ਸਰਕਾਰਾਂ ਦੇ ਪ੍ਰਭਾਵ ਹੇਠ ਚੱਲ ਕੇ ਆਉਣ ਵਾਲੇ ਸਮੇਂ ਦੇ ਵਿੱਚ ਘੱਟ ਗਿਣਤੀਆਂ ਦੇ ਖਿਲਾਫ ਭੁਗਤਣਗੇ? ਸੋ ਇਹ ਸਮਾਂ ਦੱਸੇਗਾ। ਇਹ ਕਿਆਸ ਰਾਈਆਂ ਨੇ ਜਿਹੜੀਆਂ ਆਮ ਲੋਕਾਂ ਦੇ ਕੋਲੋਂ ਲਾਈਆਂ ਜਾ ਰਹੀਆਂ, ਕੀ ਨੁਕਸਾਨ ਨੇ ਕੀ ਫਾਇਦੇ ਨੇ, ਉਹਦੀ ਆਪਾਂ ਗੱਲਬਾਤ ਕੀਤੀ ਹੈ। ਹੋ ਸਕਦਾ ਹੈ ਕਿ ਫਾਇਦੇ ਵੀ ਹੋ ਸਕਦੇ ਹੋਣ। ਰਿਸ਼ੀ ਸੂਨਕ ਹੋਰੀ ਪ੍ਰੀਤੀ ਪਟੇਲ ਹੋਰਾਂ ਵਾਂਗ ਸਿੱਧੇ ਤੌਰ ਦੇ ਉੱਤੇ ਕਿਸੇ ਵੀ ਦੇਸ਼ ਦੇ ਸਰਕਾਰ ਦਾ ਸਮਰਥਨ ਕਰਦੇ ਹੋਏ ਨਜ਼ਰ ਫਿਲਹਾਲ ਤਾਂ ਨਹੀਂ ਆਏ, ਪਰ ਫਿਰ ਵੀ ਕਿਤੇ ਨਾ ਕਿਤੇ ਕਿਆਸ ਰਾਈਆਂ ਜਾਂ ਡਰ ਘੱਟ ਗਿਣਤੀਆਂ ਦੇ ਵਿੱਚ ਵੀ ਇਸ ਗੱਲ ਨੂੰ ਲਾ ਕੇ ਹੈ। ਹੋ ਸਕਦਾ ਇਸ ਦੇ ਉਲਟ ਵੀ ਹੋਵੇ ਕਿ ਘੱਟ ਗਿਣਤੀਆਂ ਜਿਹੜੀਆਂ ਸਿੱਖ ਨੇ ਖਾਸ ਤੌਰ ਦੇ ਉੱਤੇ ਬ੍ਰਿਟੇਨ 'ਚ ਰਹਿਣ ਵਾਲੇ, ਉਹਨਾਂ ਨੂੰ ਫਾਇਦਾ ਵੀ ਇਸ ਗੱਲ ਦਾ ਹੋ ਸਕਦਾ ਹੈ। ਇਹ ਆਉਣ ਵਾਲਾ ਸਮਾਂ ਦੱਸੇਗਾ। ਫਿਲਹਾਲ ਦੀ ਖਬਰ ਇਹ ਹੈ ਕਿ ਹੋ ਸਕਦਾ ਹੈ ਕਿ ਰਿਸ਼ੀ ਸੂਨਕ ਜੋ ਕਿ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਹੋਣ। ਇਸ ਰਿਪੋਰਟ ਦੇ ਵਿੱਚ ਫਿਲਹਾਲ ਇੰਨਾ ਹੀ। ਮਿਲਦੇ ਹਾਂ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ। ਦੇਖਦੇ ਰਹੋ ਪ੍ਰਾਈਡ ਪੰਜਾਬ ਟੀਵੀ। ਧੰਨਵਾਦ।